ਕੈਨ ਪੰਜਾਬ ਮੀਡੀਆ ਤੇ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ। ਪੇਸ਼ ਹੈ ਅੱਜ ਦੀਆਂ ਕੁਝ ਖਾਸ ਖਬਰਾਂ। ਭਾਰਤ ਤੋਂ ਕਿਸਾਨੀ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਫੈਸਲੇ, ਪੰਜਾਬ ਤੋਂ, ਕੈਨੇਡਾ ਤੋਂ ਕੁਝ ਅਹਿਮ ਅਪਡੇਟ ਹੈਗੀਆਂ ਨੇ ਵਰਲਡ ਭਰ ਤੋਂ। ਖਬਰਾਂ ਪੇਸ਼ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣੀ ਚਾਹੂੰਗਾ ਕਿ ਇੱਕ ਤਾਂ ਵਟਸਐਪ ਗਰੁੱਪ ਬਾਰੇ ਹੈ ਕਿ ਜੋ ਕੈਨ ਪੰਜਾਬ ਮੀਡੀਆ ਦਾ ਜੋ ਵਟਸਐਪ ਗਰੁੱਪ ਬਣਾਇਆ ਸੀ ਅਸੀਂ, ਉਹਦੇ ਵਿੱਚ ਅਸੀਂ ਸਾਰੇ ਹੀ ਆਪਣੀ ਵੱਲੋਂ ਕੋਸ਼ਿਸ਼ ਕੀਤੀ ਸੀ ਕਿ ਸੁਹਿਰਦ ਜਿਹੜੇ ਲੋਕ ਆ ਆਪਣੇ, ਜਿਹੜੇ ਚੰਗੀ ਸੋਚ ਵਾਲੇ, ਜਿਨ੍ਹਾਂ ਦੀ ਅਪਰੋਚ ਜਿਹੜੀ ਸਾਰਥਕ ਹੈਗੀ ਆ, ਥੋੜ੍ਹਾ ਸਟੈਂਡਰਡ ਰੱਖ ਕੇ ਗੱਲਬਾਤ ਜਿਹੜੀ ਆਪਣੀ ਭਾਸ਼ਾ ਦੀ, ਸਾਡੀ ਜਿਹੜੀ ਸ਼ਬਦਾਵਲੀ ਆ ਬੜੀ ਸਾਹਿਤਕ ਹੋਵੇ, ਸੱਭਿਆਚਾਰਕ ਹੋਣੀ ਚਾਹੀਦੀ ਆ। ਸੋ ਸਾਡੇ ਸੱਜਣ ਸਾਰੇ ਇੱਦਾਂ ਦੇ ਹੀ ਹੈਗੇ, ਵੈਸੇ ਸੁਹਿਰਦ ਹੈਗੇ ਆ। ਉਹਨਾਂ ਨੂੰ ਲੈ ਕੇ ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਸੀਗਾ। ਉਹਦੇ ਵਿੱਚ ਕਾਫੀ ਵੱਡੀ ਪੱਧਰ 'ਤੇ ਉਤਸ਼ਾਹ ਜਿਹੜਾ ਮਿਲਿਆ, ਬਹੁਤ ਵੱਡੀ ਪੱਧਰ 'ਤੇ ਸਾਡੇ ਮੈਂਬਰ ਬਣੇ ਵਟਸਐਪ ਗਰੁੱਪ ਦੇ ਵਿੱਚ। ਲੇਕਿਨ ਕੁਛ ਦਿੱਕਤਾਂ ਫਿਰ ਵੀ ਆਈਆਂ, ਜਿਹਦੀ ਵਜ੍ਹਾ ਕਰਕੇ ਸਾਨੂੰ ਜਿਹੜਾ ਸੀਗਾ ਵਟਸਐਪ ਗਰੁੱਪ ਨੂੰ ਐਡਮਨ ਦੇ ਬੇਸ ਦੇ ਉੱਪਰ ਜਿਹੜੀ ਅਪਡੇਟ ਆ ਐਡਮਨ ਦੇ ਕੰਟਰੋਲ 'ਚ ਲੈਣੀ ਪਈ ਆ, ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਜਿੰਨੇ ਮੈਂਬਰ ਹੈਗੇ ਆ ਕਿਸੇ ਦੀ ਭਾਵਨਾ ਕੋਈ ਠੇਸ ਪਹੁੰਚੇ। ਇਸ ਕਰਕੇ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਜੇ ਕੋਈ ਪੋਸਟ ਉਹਦੇ 'ਤੇ ਪਾਉਣੀ ਚਾਹੁੰਦਾ ਹੋਵੇ ਕੈਨ ਪੰਜਾਬ ਮੀਡੀਆ ਦੇ ਵਟਸਐਪ ਗਰੁੱਪ ਦੇ ਉੱਪਰ, ਉਹ ਨਹੀਂ ਪੈ ਸਕੂਗੀ, ਕਿਉਂਕਿ ਸਾਡੇ ਵੱਲੋਂ ਅਪਡੇਟ ਤੁਹਾਨੂੰ ਮਿਲਣਗੀਆਂ। ਇੱਕ ਗਰੁੱਪ ਅਸੀਂ ਹੋਰ ਇੱਦਾਂ ਦਾ ਕ੍ਰੀਏਟ ਕਰਾਂਗੇ ਜਿਹੜਾ ਕਿ ਸਦਾਚਾਰਕ ਤੌਰ 'ਤੇ ਜਿਸ ਤਰ੍ਹਾਂ ਆਮ ਫਰੈਂਡ ਜਿਹੜੇ ਆ ਉਹ ਵਰਤਦੇ ਆ, ਉਹਦੇ ਵਿੱਚ ਤੁਸੀਂ ਜਿਹੜੀਆਂ ਆਪਣੀਆਂ ਅਪਡੇਟ ਜਿਹੜੀਆਂ ਤੁਸੀਂ ਪਾ ਸਕਦੇ ਹੈਗੇ, ਆਪਣੀ ਇਨਪੁਟ ਵੀ ਪਾ ਸਕਦੇ ਹੋ। ਇਹ ਬੜਾ ਜ਼ਰੂਰੀ ਸੀਗਾ, ਕਿਉਂਕਿ ਕੁਛ ਇੱਕ ਮੈਨੂੰ ਸੱਜਣਾਂ ਦੀਆਂ ਸ਼ਿਕਾਇਤਾਂ ਵੀ ਆਈਆਂ ਕਿ ਅਸੀਂ ਕੁਛ ਇੱਕ ਵਿਚਾਰ ਕੈਨ ਪੰਜਾਬ ਮੀਡੀਆ ਦੇ ਪਲੇਟਫਾਰਮ 'ਤੇ ਇੱਦਾਂ ਦੇ ਨਹੀਂ ਚਾਹੁੰਦੇ ਜਿਹੜੇ ਲੋਕ ਸ਼ੇਅਰ ਕਰਦੇ ਆ, ਜਿਹਦੀ ਵਜ੍ਹਾ ਕਰਕੇ ਮੈਂ ਖੁਦ ਇਹ ਗੱਲ ਮਹਿਸੂਸ ਕੀਤੀ ਕਿ ਕਿਸੇ 'ਤੇ ਵਿਚਾਰ ਥੋਪਣੇ ਨਹੀਂ ਚਾਹੀਦੇ। ਸੋ ਇਸੇ ਕਰਕੇ ਹੀ ਉਹਨੂੰ ਐਡਮਨ ਦੇ ਉੱਤੇ ਲਿਆ ਹੈਗਾ ਕਿ ਐਡਮਨ ਉਹਦੇ 'ਚ ਜਿਹੜਾ ਗਰੁੱਪ ਪਾ ਸਕਦਾ। ਸੋ ਇਸ ਗੱਲ ਨੂੰ ਤੁਸੀਂ ਕੋਈ ਆਪਣੇ ਖਿਲਾਫ ਨਹੀਂ ਲੈਣਾ ਕਿ ਅਸੀਂ ਕੋਈ ਕਿਸੇ 'ਤੇ ਪਾਬੰਦੀ ਲਾ ਰਹੇ ਹਾਂ ਕਿਸੇ ਤਰ੍ਹਾਂ ਦੀ। ਤੁਹਾਡੇ ਤੋਂ ਫਿਰ ਵੀ ਅਸੀਂ ਸਹਿਯੋਗ ਦੀ ਮੰਗ ਕਰਦੇ ਹਾਂ। ਹੁਣ ਤੱਕ ਦਿੱਤੇ ਗਏ ਸਹਿਯੋਗ ਲਈ ਤੁਹਾਡਾ ਧੰਨਵਾਦ। ਸਭ ਤੋਂ ਪਹਿਲਾਂ ਅੱਜ ਬੁਲਟਨ ਦੇ ਨਾਲ ਮੈਂ ਇੱਕ ਜਿਹੜਾ ਸਾਡਾ ਸਿੱਖ ਕੌਮ ਦਾ ਹਿਰਦੇ ਵਿਦਿਕ ਜਿਹੜਾ ਮਾਮਲਾ ਅੱਜ ਨਹੀਂ ਹੈਗਾ, 1984 ਤੋਂ ਹੀ ਤੁਰਿਆ ਆਉਂਦਾ ਆ, ਉਹਦੇ ਉੱਪਰ 2 ਮਿੰਟ ਇਹੀ ਵਿਚਾਰ ਹੈਗੀ ਆ ਕਿ ਆ ਜਦੋਂ ਨਵੰਬਰ ਦਾ ਪਹਿਲਾ ਹਫ਼ਤਾ ਚੜ੍ਹਦਾ ਆ ਅਤੇ ਨਾਲ ਹੀ ਹਰ ਸਿੱਖ ਦਾ ਜਿਹੜਾ ਹਿਰਦਾ ਆ, ਅੱਖਾਂ ਵੀ ਨਮ ਹੋ ਜਾਂਦੀਆਂ, ਹਿਰਦਾ ਜਿਹੜਾ ਆ ਉਹ ਬੜਾ ਦੁਖੀ ਹੁੰਦਾ ਆ ਕਿ ਸਿੱਖ ਕੌਮ ਦੇ ਨਾਲ 1984 ਦੇ ਵਿੱਚ ਨਵੰਬਰ ਦੇ ਵਿੱਚ ਜੋ ਹੋਇਆ, ਇੱਕ ਲੋਕਤੰਤਰ ਦੇਸ਼ ਦੇ ਮੱਥੇ 'ਤੇ ਸਦਾ ਹੀ ਕਲੰਕ ਰਹੂਗਾ। ਉਹ ਵੱਡੀ ਗੱਲ ਸੀ ਕਿ ਇਹਦੇ ਵਿੱਚ ਸਿੱਖ ਕੌਮ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਜਿਸ ਪੱਧਰ 'ਤੇ ਕੁਰਬਾਨੀਆਂ ਕੀਤੀਆਂ, ਅਤੇ 30-35 ਸਾਲ ਬਾਅਦ ਹੀ ਬੇਇਨਸਾਫੀਆਂ ਦਾ ਦੌਰ ਚੱਲਿਆ। ਬੇਇਨਸਾਫੀ ਦੇ ਦੌਰ ਦੇ ਵਿੱਚੋਂ 84 ਦਾ ਜਿਹੜਾ ਸੀ ਘਟਨਾ ਨਿਕਲੀ, ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ। ਬੇਇਨਸਾਫੀਆਂ ਦੇ ਦੌਰ ਤੋਂ ਬਾਅਦ ਜਦੋਂ ਬੇਇਨਸਾਫੀਆਂ ਹੁੰਦੀਆਂ, ਵਾਅਦਾ ਖਿਲਾਫੀਆਂ ਹੁੰਦੀਆਂ ਨੇ, ਫਿਰ ਵਿਦਰੋਹ ਹੁੰਦਾ ਆ। ਵਿਦਰੋਹ ਨੂੰ ਦਬਾਉਣ ਦੇ ਲਈ ਜਿਹੜੀ ਆ ਸਰਕਾਰਾਂ ਐਕਸ਼ਨ ਕਰਦੀਆਂ ਨੇ, ਆਰਮੀ ਅਟੈਕ ਕੀਤਾ ਗਿਆ। ਸਿੱਖ ਕੌਮ ਦੇ ਲਈ ਇਹ ਚੈਲੰਜ ਜਿਹੜਾ ਸੀ ਆਪਣੇ ਜਿਹੜਾ ਇਸ ਦੇ ਉੱਪਰ ਹਮਲਾ ਇੱਕ ਮੰਨਿਆ ਗਿਆ, ਅਤੇ ਇਸ ਨੂੰ ਸਵੀਕਾਰ ਕਰਦਿਆਂ ਹੋਇਆਂ ਹੀ ਉਹਦੇ ਵਿੱਚੋਂ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਵਾਪਰੀ। ਸੋ ਇਹ ਇੱਕ ਰਿਟੈਲੀਏਸ਼ਨ ਸੀਗੀ ਆਪਣੇ ਤੌਰ 'ਤੇ। ਕੋਈ ਵੀ ਜਿਹੜਾ ਬੰਦਾ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ, ਖਾਸ ਕਰਕੇ ਸਿੱਖ ਕੌਮ। ਲੇਕਿਨ ਉਸ ਤੋਂ ਬਾਅਦ ਰਾਜੀਵ ਗਾਂਧੀ ਹੁਣਾਂ ਵੱਲੋਂ ਸਰਕਾਰ ਸੰਭਾਲਦਿਆਂ ਹੀ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਔਰਗਨਾਈਜ਼ ਤੌਰ 'ਤੇ ਜੋ ਸਿੱਖਾਂ ਦਾ ਭਰਦੇ ਸਮੁੱਚੇ ਦਿੱਲੀ ਸਮੇਤ ਵੱਡੇ ਸ਼ਹਿਰਾਂ ਦੇ ਵਿੱਚ ਜੋ ਕਤਲੇਆਮ ਕੀਤਾ ਗਿਆ, ਬੜੀ ਬੇਦਰਦੀ ਦੇ ਨਾਲ ਕੀਤਾ ਗਿਆ ਔਰ ਕਰਵਾਇਆ ਗਿਆ, ਉਹ ਸਦਾ ਹੀ ਕਾਂਗਰਸ ਅਤੇ ਦੂਜੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ ਇਹਦੇ ਸੰਬੰਧੀ ਸਮੇਂ ਸਿਰ ਆਵਾਜ਼ ਨਹੀਂ ਉਠਾਈ, ਸਾਰੀਆਂ ਸਿਆਸੀ ਪਾਰਟੀਆਂ ਕਟਹਿਰੇ ਵਿੱਚ ਖੜੀਆਂ ਰਹਿਣਗੀਆਂ, ਅੱਜ ਵੀ ਖੜੀਆਂ ਹੈਗੀਆਂ ਨੇ। ਇੱਕ ਦੋ ਜਿਹੜੀਆਂ ਕਾਰਵਾਈਆਂ ਹੋਈਆਂ ਨੇ, ਹੁਣ ਸਜ਼ਾਵਾਂ ਹੋਈਆਂ ਨੇ, ਉਹ ਸਿਰਫ ਅਤੇ ਸਿਰਫ ਪਾਰਟੀਬਾਜ਼ੀ ਨੂੰ ਧਿਆਨ 'ਚ ਰੱਖਦਿਆਂ ਹੋਈਆਂ ਕਿ ਸਿਰਫ ਇੱਕ ਪਾਰਟੀ ਨੂੰ ਨੀਵਾਂ ਦਿਖਾਉਣ ਦੇ ਲਈ ਇਹ ਕਾਰਵਾਈ ਜਿਹੜੀ ਆ ਸੱਜਣ ਕੁਮਾਰ ਨੂੰ ਸਜ਼ਾ ਹੋਈ ਆ, ਉਹਦੇ ਤਹਿਤ ਹੀ ਹੋਈ ਆ। ਲੇਕਿਨ ਮੇਰਾ ਮੰਨਣਾ ਸੀ ਕਿ ਬੇਗੁਨਾਹ ਲੋਕਾਂ ਨੂੰ ਸੜਕਾਂ 'ਤੇ ਭਜਾ ਕੇ ਮਾਰਿਆ ਗਿਆ, ਉਹਦੀ ਇਵਜ਼ ਦੇ ਵਿੱਚ ਜਿਹੜੀਆਂ ਸਜ਼ਾਵਾਂ ਸੀ ਬੜੀਆਂ ਘੱਟ ਅਤੇ ਮੂੰਹ ਜੁੜਾਉਣ ਵਾਲੀਆਂ ਸੀ ਜਾਂ ਨਹੀਂ ਸੀਗੀਆਂ। ਬਹੁਤੇ ਵੱਡੇ ਆਗੂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਅੱਜ ਵੀ ਇਹ ਇੱਕ ਬੜਾ ਵੱਡਾ ਮਿਹਣਾ ਆ ਸਿੱਖ ਕੌਮ ਦਾ। ਸੋ
ਅੱਜ ਦੇ ਦਿਨ ਜਿਹੜਾ ਹੈਗਾ ਸੀਗਾ, ਇਸ ਚੀਜ਼ ਨੂੰ ਹਮੇਸ਼ਾ ਮੰਨ ਕੇ ਚੱਲਣਾ ਚਾਹੀਦਾ। ਅੱਜ ਵੀ ਸਰਕਾਰਾਂ ਨੂੰ ਉੱਥੋਂ ਦੀਆਂ ਸੋਚਣਾ ਚਾਹੀਦਾ ਆ ਕਿ ਸਿੱਖ ਕੌਮ ਦਾ ਜਿਹੜਾ ਇਤਿਹਾਸ ਆ ਉਹਨੂੰ ਜ਼ਰੂਰ ਸੁਣਨਾ ਚਾਹੀਦਾ ਕਿ ਜਦੋਂ ਕੋਈ ਵੀ ਗੱਲ ਮਸਲਾ ਉਸ ਲੈਵਲ 'ਤੇ ਹੁੰਦਾ ਉਹਨੂੰ ਨਿਪਟਣਾ ਚਾਹੀਦਾ। ਜੇ ਉਹਨੂੰ ਨਿਪਟਣ ਦੀ ਬਜਾਏ ਉਹਨੂੰ ਵਧਣ ਦਿੱਤਾ ਜਾਂਦਾ ਆ ਅਤੇ ਉਸ ਤੋਂ ਬਾਅਦ ਫਿਰ ਸਖਤੀ ਕੀਤੀ ਜਾਂਦੀ ਆ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਅਤੇ ਸਿੱਖ ਕੌਮ ਕਦੇ ਵੀ ਦਬਾਈ ਨਹੀਂ ਜਾ ਸਕਦੀ। ਹਾਂ, ਉਸ ਨੂੰ ਵੜਿਆ ਕੇ ਨਾਲ ਲਾ ਕੇ ਤੁਸੀਂ ਜੋ ਮਰਜ਼ੀ ਕਰਵਾ ਸਕਦੇ ਹੋ। ਅੱਜ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਹੈਗੀ ਆ, ਉੱਥੇ ਉਹਦਾ ਵੀ ਇਹੀ ਮਸਲਾ ਜੁੜਿਆ ਹੋਇਆ ਵਾ ਕਿ ਉਹਨਾਂ ਨੂੰ ਚਾਹੀਦਾ ਹੈਗਾ ਕਿਸੇ ਮਸਲੇ ਨੂੰ ਅੱਜ ਸਮੇਂ ਸਿਰ ਨਿਪਟਣ, ਤਾਂ ਜੋ ਦੇਸ਼ ਭਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਹਮੇਸ਼ਾ ਲਈ ਬਣਿਆ ਰਹੇ। ਸਿੱਖ ਕੌਮ ਦੇ ਕਤਲੇਆਮ ਦੀ ਯਾਦ ਦੇ ਵਿੱਚ ਅੱਜ ਦੁਨੀਆ ਭਰ ਦੇ ਵਿੱਚ ਅਰਦਾਸ ਸਮਾਗਮ ਜਿਹੜੇ ਆ ਉਹ ਕਰਵਾਏ ਗਏ ਆ। ਕਈ ਥਾਵਾਂ 'ਤੇ ਅਖੰਡ ਪਾਠ ਸਾਹਿਬ ਰੱਖੇ ਗਏ ਆ, ਅਜੇ ਉਹਦੇ ਅਰਦਾਸ ਸਮਾਗਮ ਹੋਣੇ ਆ। ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਬਕਾਇਦਾ ਅਰਦਾਸ ਸਮਾਗਮ ਕਰਾਇਆ ਗਿਆ, ਜਿਹਦੇ ਵਿੱਚ ਉਸ ਦੌਰਾਨ ਮਾਰੇ ਗਏ ਬੇਕਸੂਰ ਸਿੱਖਾਂ ਦੇ ਸਮੇਤ ਸ਼ਰਧਾਂਜਲੀ ਸਮਾਗਮ ਹੋਇਆ, ਉਹਨਾਂ ਨੂੰ ਯਾਦ ਕੀਤਾ ਗਿਆ। ਬਹੁਤ ਸਾਰੀਆਂ ਥਾਵਾਂ ਦੇ ਉੱਪਰ 84 ਦੇ ਕਤਲੇਆਮ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਆ, ਰੋਸ ਮੁਜ਼ਾਹਰੇ ਹੁੰਦੇ ਆ, ਪੁਤਲੇ ਸਾੜੇ ਜਾਂਦੇ ਆ। ਜਿਹੜਾ ਮਨਾਂ ਦੇ ਵਿੱਚ ਵਲਵਲਾ ਹੈਗਾ ਆ ਉਹ ਬਾਹਰ ਕੱਢਿਆ ਜਾਂਦਾ। ਸੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਜਿਹੜੀ ਆਪਣੀ ਇਤਿਹਾਸਕ ਪਾਰਟੀ ਸੀ, ਪੰਥਕ ਪਾਰਟੀ ਸੀਗੀ, ਉਹਦੇ ਯੂਥ ਅਕਾਲੀ ਦਲ ਵੱਲੋਂ ਵਿੰਗ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦੇ ਵੱਡੇ ਜਿਹੜੇ ਜਗਦੀਸ਼ ਟਾਟਲਰ ਵਗੈਰਾ ਦੇ ਪੁਤਲੇ ਸਾੜੇ ਗਏ ਅਤੇ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ। ਉਹ ਅਕਾਲੀ ਦਲ ਜਿਹੜਾ ਲੰਬਾ ਸਮਾਂ ਭਾਜਪਾ ਦੇ ਨਾਲ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਰਿਹਾ ਅਤੇ ਇਨਸਾਫ ਨਾ ਮਿਲਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਰਿਹਾ। ਅੱਜ ਉਹਨਾਂ ਵੱਲੋਂ ਵੀ ਇਹ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਵਿੱਚ ਵੀ ਸ਼ਹੀਦੀ ਸਮਾਗਮ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਅੰਤਮ ਅਰਦਾਸ ਨਿਮਿਤ ਅਰਦਾਸ ਸਮਾਗਮ ਹੋਏ, ਉਹਨਾਂ ਨੂੰ ਸ਼ਰਧਾਂਜਲੀ ਪ੍ਰਗਟ ਕੀਤੀ ਗਈ। ਗਿਆਨੀ ਹਰਪਾਲ ਸਿੰਘ ਹੁਣਾਂ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਪ੍ਰਗਟ ਕਰਦਿਆਂ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਗਈ ਕਿ ਜਿਹੜੇ ਸ਼ਹੀਦ ਹੈਗੇ ਆ ਉਹ ਸਦਾ ਜਿੰਦਾ ਰਹਿੰਦੇ ਆ ਅਤੇ ਕੌਮ ਦਾ ਸਰਮਾਇਆ ਹੁੰਦੇ ਆ। ਕੌਮ ਲਈ ਹਮੇਸ਼ਾ ਉਹ ਪ੍ਰੇਰਨਾ ਸਰੋਤ ਬਣੇ ਰਹਿੰਦੇ ਆ। ਜਦੋਂ ਵੀ ਕਿਤੇ ਕੌਮ ਦੇ ਜਿਹੜੇ ਮੋਢੇ ਨੀਵੇਂ ਹੋਣ ਲੱਗਦੇ ਆ, ਮੇਰੇ ਕਹਿਣ ਤੋਂ ਭਾਵ ਹੈਗਾ ਕਿ ਉਹਦੇ 'ਚ ਗਿਰਾਵਟ ਆਉਣ ਲੱਗਦੀ ਆ, ਤਾਂ ਸ਼ਹੀਦ ਦੀ ਜਿਹੜੀ ਅਹੂਤੀ ਆ ਦੁਬਾਰਾ ਉਹਨੂੰ ਮੁੜ ਪੈਰਾਂ ਸਿਰ ਕਰ ਦਿੰਦੀ ਆ। ਸੋ ਇਹ ਅੱਜ ਦੀ ਇੱਕ ਬੜਾ ਹਿਰਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮਸਲਾ ਹੈਗਾ ਆ, ਸਦਾ ਹੀ ਜੁੜਿਆ ਰਹੇਗਾ, ਅਜੇ ਵੀ ਜੁੜਿਆ ਰਹੇਗਾ ਜਦੋਂ ਤੱਕ ਇਹਨਾਂ ਮਸਲਿਆਂ ਨੂੰ ਰੀਸੈਟਲ ਨਹੀਂ ਕੀਤਾ ਜਾਂਦਾ, ਜਿਹਦੀ ਕਿ ਉਮੀਦ ਨਹੀਂ ਹੈਗੀ। ਹੁਣ 40 ਸਾਲ ਬਾਅਦ ਜਿਹੜੇ ਇਨਸਾਫ ਮੰਗਦੇ ਸੀ ਉਹ ਵੀ ਇਸ ਦੁਨੀਆ ਤੋਂ ਜਾ ਚੁੱਕੇ ਆ, ਕੁਛ ਜਾ ਰਹੇ ਆ, ਕੁਛ ਜਾ ਚੁੱਕੇ ਆ। ਸੋ ਉਹਨਾਂ ਦੀਆਂ ਰੂਹਾਂ ਹਮੇਸ਼ਾ ਇਸ ਗੱਲ ਦੀ ਮੰਗ ਕਰਦੀਆਂ ਰਹਿਣਗੀਆਂ ਕਿ ਅਸੀਂ ਇੱਕ ਲੋਕਤੰਤਰ ਦੇਸ਼ ਦੀ ਸਥਾਪਤੀ ਲਈ, ਉਹਨੂੰ ਯਾਦ ਕਰਾਉਣ ਦੇ ਲਈ ਲੰਬਾ ਸਮਾਂ ਸੰਘਰਸ਼ ਕੀਤਾ, ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਕੀਤੀਆਂ, ਅਤੇ ਉਸੇ ਦੇਸ਼ ਵਿੱਚ ਸਾਨੂੰ ਇਨਸਾਫ ਲੈਣ ਦੇ ਲਈ ਜ਼ਿੰਦਗੀ ਭਰ ਭਟਕਣਾ ਪਿਆ ਅਤੇ ਭਟਕਦੇ ਹੋਏ ਇਸ ਸੰਸਾਰ ਤੋਂ ਜਾਣਾ ਪਿਆ, ਜਿਹੜਾ ਕਿ ਇੱਕ ਬੜੀ ਦੁਖਦਾਈ ਗੱਲ ਆ। ਇੱਕ ਬੜਾ ਵੱਡਾ ਕਲੰਕ ਜਿਹੜਾ ਭਾਰਤ ਸਰਕਾਰ ਦੇ, ਭਾਰਤ ਦੇਸ਼ ਦੇ ਮੱਥੇ ਦੇ ਉੱਤੇ ਲੱਗਾ ਹੈ ਅਤੇ ਲੱਗਾ ਰਹੂਗਾ। ਅਗਲੀਆਂ ਖਬਰਾਂ ਕੁਝ ਕਿਸਾਨੀ ਤੋਂ ਆ। ਜਿਸ ਤਰ੍ਹਾਂ ਅਸੀਂ ਪਹਿਲਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਕਿਸਾਨੀ ਦੀਆਂ ਖਬਰਾਂ ਅਸੀਂ ਪਹਿਲ ਦੇ ਆਧਾਰ 'ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੈਂ ਪਿਛਲੇ 1-2 ਦਿਨਾਂ ਤੋਂ ਛੁੱਟੀ 'ਤੇ ਸੀ ਅਸੀਂ, ਇਸ ਕਰਕੇ ਤੁਹਾਡੇ ਤੋਂ ਮਾफ़ੀ ਮੰਗਦੇ ਹਾਂ। ਅੱਜ ਹੁਣ ਜਿਹੜੀ ਮੇਨ ਖਬਰ ਹੈਗੀ ਆ ਕਿ ਆਪਾਂ ਨੂੰ ਪਤਾ ਹੈ ਕਿ ਪਿਛਲੇ 2-3 ਦਿਨਾਂ ਤੋਂ ਜਿਹੜਾ ਦਿੱਲੀ ਬਾਰਡਰ ਸੀਗਾ, ਅਲੱਗ-ਅਲੱਗ ਤੋਂ ਸੁਪਰੀਮ ਕੋਰਟ ਜਿੱਦਾਂ ਹੁਣ ਉਹਨੂੰ ਬੜੇ ਇਸ ਗੱਲ ਦਾ ਸੁਪਰੀਮ ਕੋਰਟ ਨੂੰ ਲੱਗਾ ਹੋਇਆ ਕਿ ਜਿਹੜੇ ਰਾਹ ਬੰਦ ਹੈਗੇ ਆ, 700 ਕਿਸਾਨ 750 ਕਿਸਾਨਾਂ ਦੀਆਂ ਜਾਨਾਂ ਚਲੇ ਗਈਆਂ। ਉਹਦੇ ਸੰਬੰਧੀ ਸੁਪਰੀਮ ਕੋਰਟ ਦਾ ਕੋਈ ਜ਼ਿਆਦਾ ਨੋਟਿਸ ਨਹੀਂ ਆਇਆ, ਲੇਕਿਨ ਇਹ ਆਇਆ ਕਿ ਰਸਤਾ ਬੰਦ ਆ, ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਅਤੇ ਲੰਬਾ ਸਮਾਂ ਰਸਤੇ ਨਹੀਂ ਬੰਦ ਕੀਤੇ ਜਾ ਸਕਦੇ। ਇਸ ਕਰਕੇ ਕਿਸਾਨਾਂ ਨੂੰ ਹੁਣ ਉੱਠਣਾ ਪਏਗਾ, ਭਾਵ ਰਸਤੇ ਖੋਲ੍ਹਣੇ ਪੈਣਗੇ। ਸੋ ਸ਼ਾਇਦ ਆਪਣੇ ਵਕੀਲਾਂ ਦੀ ਸਲਾਹ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕੁਛ ਆਪਣੇ ਪੱਧਰ 'ਤੇ ਕੁਛ ਇੱਕ ਜਿਹੜੇ ਰਸਤੇ ਸੀਗੇ ਲੰਬੇ ਸਮੇਂ ਤੋਂ ਬੰਦ ਸੀਗੇ, ਪ੍ਰਸ਼ਾਸਨ ਦੇ ਨਾਲ ਸਲਾਹ ਮਸ਼ਵਰਾ ਕਰਕੇ ਕੁਛ ਕੁ ਫੁੱਟ ਜਿਹੜਾ ਸੀ ਆਮ ਲੋਕਾਂ ਨੂੰ ਸਹੂਲਤ ਵਾਸਤੇ ਉਹ ਰਸਤਾ ਖੋਲ੍ਹਣ ਦਾ ਫੈਸਲਾ ਹੋਇਆ ਸੀਗਾ, ਖਾਸ ਕਰਕੇ ਟਿਕਰੀ ਬਾਰਡਰ ਦੇ ਉੱਤੇ। ਲੇਕਿਨ ਉੱਥੇ ਬਹੁਤ ਸਾਰੇ ਲੋਕ ਤਾਂ ਬੈਠੇ ਹੋਏ, ਆਮ ਲੋਕ ਜਿਹੜੇ ਕਿਸਾਨ ਆਗੂ ਪੰਜਾਬ ਤੋਂ ਖਾਸ ਕਰਕੇ ਹੈਗੇ ਆ, ਉਹ ਸਮੇਂ ਸਿਰ ਉੱਥੇ ਹਾਜ਼ਰ ਨਹੀਂ ਹੁੰਦੇ। ਰਾਤ ਨੂੰ ਪ੍ਰਸ਼ਾਸਨ ਆਇਆ
ਉਹਨਾਂ ਨੇ ਦੋਵੇਂ ਪਾਸਿਆਂ ਤੋਂ ਵੱਡੀ ਪੱਧਰ ਤੇ ਰਸਤਾ ਜਿਹੜਾ ਧੱਕੇਸ਼ਾਹੀ ਨਾਲ ਆਪਾਂ ਕਹਿ ਸਕਦੇ ਹਾਂ ਖੋਲ੍ਹ ਦਿੱਤਾ। ਹਾਲਾਂਕਿ ਉੱਥੇ ਜਿਹੜੇ ਮੌਜੂਦ ਲੋਕ ਸੀਗੇ ਉਹਨਾਂ ਨੇ ਮਸ਼ੀਨਾਂ ਦੇ ਅੱਗੇ ਲੰਬੇ ਪੈ ਕੇ ਵੀ ਉਸ ਨੂੰ ਰੋਕਿਆ, ਕਾਫੀ ਹੱਦ ਤੱਕ ਰੋਕਣ ਸਫਲ ਰਹੇ, ਲੇਕਿਨ ਬਹੁਤ ਸਾਰਾ ਵੱਡਾ ਹਿੱਸਾ ਜਿਹੜਾ ਵਾ ਉਸਦਾ ਖੋਲ੍ਹ ਵੀ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ। ਇੱਕ ਕਿਸਮ ਦੇ ਨਾਲ ਹੁਣ ਇਹ ਵੀ ਭਾਜਪਾ ਵੱਲੋਂ ਦਾਅਵੇ ਕੀਤੇ ਜਾ ਰਹੇ ਕਿਸਾਨੀ ਸੰਘਰਸ਼ ਜਿਹੜਾ ਹੈਗਾ ਆ ਹੁਣ ਬੇਅਸਰ ਹੋ ਗਿਆ ਆ, ਉਸਦਾ ਕੋਈ ਮਤਲਬ ਨਹੀਂ ਰਿਹਾ, ਲੋਕਾਂ ਦੀ ਸਪੋਰਟ ਨਹੀਂ ਰਹੀ। ਹੁਣ ਰਸਤੇ ਵੀ ਖੁੱਲ੍ਹ ਗਏ ਹੈਗੇ ਆ। ਪਿੱਛੇ ਜੇ ਖੇਤੀਬਾੜੀ ਮੰਤਰੀ ਤੋਮਰ ਹੋਣਾ ਦਾ ਬਿਆਨ ਆਇਆ ਸੀਗਾ ਕਿ ਬਹੁਤੀਆਂ ਕਿਸਾਨ ਜਥੇਬੰਦੀਆਂ ਇਹਨਾਂ ਬਿੱਲਾਂ ਦੇ ਨਾਲ ਸਹਿਮਤ ਆ ਜੋ ਸਰਕਾਰ ਵੱਲੋਂ ਲਿਆਂਦੇ ਗਏ ਆ, ਅਤੇ ਜਿਹੜੀਆਂ ਕੁਛ ਜਥੇਬੰਦੀਆਂ ਆਪੇ ਹੀ ਸਹਿਮਤ ਹੋ ਜਾਣਗੀਆਂ। ਭਾਵ ਉਹਨਾਂ ਦਾ ਕਹਿਣਾ ਸੀਗਾ ਕਿ ਹੁਣ ਸਾਡੇ 'ਤੇ ਕੋਈ ਜ਼ਿਆਦਾ ਪ੍ਰਭਾਵ ਇਸ ਗੱਲ ਦਾ ਨਹੀਂ ਆ। ਥੋੜ੍ਹਾ ਜਿਹਾ ਇਸ ਗੱਲ ਨੂੰ ਦੇਖਦਿਆਂ ਹਾਂ, ਲੋਕਾਂ ਦੀ ਨਿਰਾਸ਼ਤਾ ਨੂੰ ਦੇਖਦਿਆਂ ਹਾਂ, ਹੁਣ ਅੱਜ ਜਿਹੜੀ ਤਾਜ਼ੀ ਖਬਰ ਹੈਗੀ ਆ ਕਿ ਯੂਪੀ ਤੋਂ ਕਿਸਾਨ ਆਗੂ ਰਕੇਸ਼ ਟਕੈਤ ਉਹਨਾਂ ਵੱਲੋਂ ਟਵੀਟ ਕਰਕੇ ਇਹ ਗੱਲ ਕਹੀ ਗਈ ਹੈ ਕਿ ਜੇ ਕੇਂਦਰ ਸਰਕਾਰ ਇਹ ਸਮਝਦੀ ਹੈਗੀ ਆ ਕਿ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਮੁੱਕ ਗਿਆ ਜਾਂ ਖਤਮ ਹੋ ਗਿਆ ਜਾਂ ਮੱਠਾ ਪੈ ਗਿਆ, ਨਹੀਂ, ਇੱਦਾਂ ਨਹੀਂ ਹੈਗਾ। ਅਸੀਂ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਹਾਂ ਕਿ 26 ਨਵੰਬਰ ਤੋਂ ਪਹਿਲਾਂ ਜੇ ਜਿਹੜੇ ਕਿਸਾਨੀ ਬਿੱਲ ਹੈਗੇ ਆ, ਖੇਤੀ ਬਿੱਲ ਹੈਗੇ ਆ, ਇਹਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ ਉਹ ਦਿੱਲੀ ਵੱਲ ਕੂਚ ਕਰਨਗੇ ਅਤੇ ਦਿੱਲੀ ਵਿੱਚ ਜਾ ਕੇ ਦਿੱਲੀ ਦੀ ਪੂਰੀ ਘੇਰਾਬੰਦੀ ਕਰਨਗੇ, ਦਿੱਲੀ ਦੇ ਵਿੱਚ ਜਾ ਕੇ ਤੰਬੂ ਗੱਡ ਦੇਣਗੇ ਪੱਕੇ ਹੀ। ਸੋ ਇਹ ਰਕੇਸ਼ ਟਕੈਤ ਹੋਣਾ ਦਾ ਕਹਿਣਾ ਸੀਗਾ। ਇਹ ਟਵੀਟ ਆਉਣ ਤੋਂ ਬਾਅਦ ਜਦੋਂ ਮੀਡੀਆ ਵਿੱਚ ਗੱਲਬਾਤ ਚੱਲੀ ਤਾਂ ਜਿਹੜੇ ਆਪਣੇ ਕਿਸਾਨ, ਜਿਹੜੇ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਹੈਗੇ ਆ, ਉਹਨਾਂ ਤੱਕ ਮੀਡੀਆ ਨੇ ਪਹੁੰਚ ਕੀਤੀ ਤਾਂ ਉਹਨਾਂ ਵੱਲੋਂ ਸਾਫ਼ ਤੌਰ 'ਤੇ ਇਹ ਗੱਲ ਕਹੀ ਗਈ ਕਿ ਇਹ ਰਕੇਸ਼ ਟਕੈਤ ਹੋਣਾ ਦਾ ਨਿੱਜੀ ਬਿਆਨ ਹੋ ਸਕਦਾ ਆ। ਅਜੇ ਸੰਯੁਕਤ ਕਿਸਾਨ ਮੋਰਚੇ ਦਾ ਇਹਦੇ ਸੰਬੰਧੀ ਕੋਈ ਫੈਸਲਾ ਨਹੀਂ ਹੈਗਾ। ਭਾਵ ਉਹ ਪਹਿਲਾਂ ਵੀ ਇੱਦਾਂ ਹੀ ਹੋਇਆ ਸੀਗਾ, ਜਦੋਂ 26 ਜਨਵਰੀ ਨੂੰ ਆਪ ਹੀ ਸਾਰੇ ਪਾਸੇ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਭਰ ਤੋਂ ਸੱਦੇ ਦਿੱਤੇ, ਦੇਸ਼ ਭਰ ਤੋਂ ਕਿਸਾਨਾਂ ਨੂੰ ਪਹੁੰਚਣ ਲਈ ਦਿੱਲੀ। ਉਸ ਤੋਂ ਬਾਅਦ ਉਸੇ ਸਰਕਾਰ ਕੋਲੋਂ ਰੂਟ ਮੰਗਣਾ ਚਾਹਿਆ ਜਿਹੜੀ ਸਰਕਾਰ ਦੇ ਖਿਲਾਫ ਸੰਘਰਸ਼ ਚੱਲ ਰਿਹਾ ਆ ਕਿ ਸਾਨੂੰ ਪ੍ਰਦਰਸ਼ਨ ਕਰਨ ਦੇ ਲਈ ਰੂਟ ਦਿੱਤਾ ਜਾਵੇ। ਸੋ ਰੂਟ ਤੇ ਜੋ ਮਿਲਿਆ ਸਭ ਨੂੰ ਪਤਾ ਹੀ ਸੀਗਾ। ਉਹਦਾ ਨਕਸ਼ਾ ਜੋ ਸਾਹਮਣੇ ਆਇਆ ਕਿ ਦਿੱਲੀ ਦੇ 3 ਪਿੰਡ ਸੀ, ਬਾਕੀ ਸਾਰਾ ਹਰਿਆਣੇ ਦਾ ਹਿੱਸਾ ਸੀਗਾ, ਜਿਹਦਾ ਦੇਸ਼ ਦੋਸ਼ ਪ੍ਰਦਰਸ਼ਨ ਦਾ ਸਰਕਾਰ ਉੱਪਰ ਕੋਈ ਅਸਰ ਨਹੀਂ ਸੀਗਾ ਹੋਣਾ। ਲੇਕਿਨ ਅਚਾਨਕ ਰੂਟ ਚੇਂਜ ਕਰਨ ਕਰਕੇ ਜੋ ਵੀ ਹੋਇਆ, ਮੈਂ ਇਹਦੇ ਵਿੱਚ ਵਿਸਥਾਰ ਵਿੱਚ ਨਹੀਂ ਜਾਣਾ, ਪਰ ਉਹ ਇੱਕ ਨਿਰਾਸ਼ਤਾ ਫੈਲੀ ਬਹੁਤ ਵੱਡੇ ਪੱਧਰ ਦੇ ਉੱਪਰ। ਅਜੇ ਤੱਕ ਵੀ ਉਸ ਸੰਬੰਧੀ ਬੜੀ ਵੱਡੀ ਨਿਰਾਸ਼ਤਾ ਆ ਕਿ ਪੰਜਾਬ, ਹਰਿਆਣਾ, ਸਾਰੇ ਥਾਵਾਂ ਤੋਂ ਵੱਡੀ ਪੱਧਰ 'ਤੇ ਨੌਜਵਾਨ ਆਪਣੇ ਆਪ ਨੂੰ ਰਿਸਕ 'ਤੇ ਪਾ ਕੇ ਦਿੱਲੀ 'ਚ ਗਏ, ਸੰਘਰਸ਼ ਕੀਤਾ, ਬੈਰੀਅਰ ਤੋੜੇ, ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕੀਤਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਸੱਦੇ ਦਿੱਤੇ ਕਿ ਤੁਸੀਂ ਆਓ ਸਾਡੀ ਅਗਵਾਈ ਕਰੋ। ਬਜਾਏ ਉਹਨਾਂ ਦੀ ਅਗਵਾਈ ਕਰਨ ਦੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਕਿ ਇਹ ਸਾਡੇ ਬੰਦੇ ਨਹੀਂ ਹੈਗੇ, ਭਾਜਪਾ ਦੇ ਬੰਦੇ ਹੋ ਸਕਦੇ, ਸ਼ਰਾਰਤੀ ਅਨਸਰ ਆ। ਸੋ ਅੱਜ ਫਿਰ ਗੱਲ ਉੱਥੇ ਹੀ ਖੜੀ ਹੈਗੀ ਆ। ਅੱਜ ਜਦੋਂ ਨਿਰਾਸ਼ਤਾ ਪਾਈ ਜਾ ਰਹੀ ਆ ਕੁਛ ਇੱਕ ਆਗੂਆਂ ਵੱਲੋਂ, ਹੁਣ ਜਿੱਦਾਂ ਰਕੇਸ਼ ਟਕੈਤ ਹੋਣਾ ਵੱਲੋਂ ਇੱਕ ਧੜੱਲੇਦਾਰ ਸਟੈਂਡ ਲੈਣ ਦੀ ਗੱਲ ਕੀਤੀ ਗਈ ਆ ਅਤੇ ਕਿਸਾਨ ਜਥੇਬੰਦੀ ਦੇ ਬਾਕੀ ਆਗੂ ਜਿਹੜੇ ਆ ਕਹਿ ਰਹੇ ਕਿ ਇੰਨੀਆਂ ਮੌਤਾਂ ਹੋਣ ਦੇ ਬਾਵਜੂਦ ਵੀ ਅਸੀਂ ਇਸੇ ਤਰ੍ਹਾਂ ਹੀ ਚੱਲਣਾ, ਭਾਵ ਉੱਥੇ ਧਰਨੇ ਦੇ ਰੂਪ ਦੇ ਵਿੱਚ ਹੀ ਚੱਲਣਾ ਹੈਗਾ ਆ। ਇਹਦਾ ਅਸਰ ਆਉਣ ਵਾਲੇ ਸਮੇਂ 'ਚ ਭਾਜਪਾ ਸਰਕਾਰ 'ਤੇ ਕਿੰਨਾ ਕੁ ਰਹਿੰਦਾ ਆ, ਇਹ ਸਮਾਂ ਹੀ ਦੱਸੂਗਾ। ਕਿਉਂਕਿ ਮੈਂ ਜਿਹੜੀ ਅਗਲੀ ਖਬਰ ਸ਼ੁਰੂ ਕਰਨੀ ਹੈਗੀ ਆ, ਭਾਜਪਾ ਦੇ ਆਗੂ ਹੁਣ ਆਪਣੀ ਜਿੱਦਾਂ ਜਿਹੜੀ ਸੋਚ ਆ ਉਹਦਾ ਪ੍ਰਗਟਾਵਾ ਕਰਨ ਲੱਗ ਗਏ ਹੈਗੇ। ਅੱਜ ਜੀਂਦ ਦੇ ਵਿੱਚ ਇੱਕ ਭਾਜਪਾ ਦੇ ਆਗੂ ਕ੍ਰਿਸ਼ਨ ਮਿੱਡਾ, ਉਹ ਵਪਾਰੀਆਂ ਦੇ ਉੱਪਰ ਕੁਛ ਹਮਲੇ ਹੋਏ ਸੀਗੇ ਪਿਛਲੇ ਦੌਰਾਨ, ਉਹਨਾਂ ਦੀਆਂ ਸਮੱਸਿਆਵਾਂ ਸੁਣਨ ਆਏ ਸੀਗੇ ਅਤੇ ਉਹਨਾਂ ਨੇ ਸਿੱਧੇ ਤੌਰ 'ਤੇ ਜਿਹੜੀ ਸਲਾਹ ਦਿੱਤੀ ਵਪਾਰੀਆਂ ਨੂੰ, ਇਹ ਸਲਾਹ ਦਿੱਤੀ ਕਿ ਉਹਨਾਂ ਨੂੰ ਹੁਣ ਡਾਂਗਾ ਰੱਖ ਲੈਣੀਆਂ ਚਾਹੀਦੀਆਂ, ਲਾਠੀਆਂ ਰੱਖ ਲੈਣੀਆਂ ਚਾਹੀਦੀਆਂ, ਜੇ ਸਰਕਾਰਾਂ ਦੇ ਸਿਰ 'ਤੇ ਨਹੀਂ ਰਹਿਣਾ ਚਾਹੀਦਾ। ਭਾਵ ਵੀ ਜੇ ਉਹਨਾਂ 'ਤੇ ਕੋਈ ਹਮਲਾ ਹੁੰਦਾ ਤਾਂ ਉਹਨਾਂ ਨੂੰ ਲਾਠੀਆਂ ਨਾਲ ਜਵਾਬ ਦੇਣਾ ਚਾਹੀਦਾ। ਇੱਕ ਚੁਣਿਆ ਹੋਇਆ ਲੋਕਾਂ ਦਾ ਚੁਣਿਆ ਹੋਇਆ ਆਗੂ, ਲੋਕਤੰਤਰ ਵਿਧਾਨਕ ਅਹੁਦੇ 'ਤੇ ਹੁੰਦਿਆਂ ਹੋਇਆਂ ਜੇ ਉਹ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਨੂੰ ਲੋਕਾਂ ਨੂੰ ਲਾਠੀਆਂ ਚੁੱਕ ਲੈਣੀਆਂ ਚਾਹੀਦੀਆਂ, ਬਜਾਏ ਕਿ ਉਹੀ ਗੱਲ ਕਹਿਣ ਕਿ ਕਾਨੂੰਨ ਦੇ ਸਰਾਹੀਂ ਹੀ ਕਾਰਵਾਈ ਹੋਣੀ ਚਾਹੀਦੀ ਆ, ਕਾਨੂੰਨ 'ਤੇ ਵਿਸ਼ਵਾਸ ਰੱਖਣਾ ਚਾਹੀਦਾ। ਅਤੇ ਉਹਨਾਂ ਦੀ ਇਹ ਸੋਚ ਅੱਜ ਬਣੀ ਹੋਈ ਆ ਕਿ ਉਹ ਲਾਠੀਆਂ ਚੁਕਾਉਣ ਨੂੰ ਜਿਹੜੇ ਤਿਆਰ ਹੋਏ ਪਏ ਆ ਆਪਣੇ ਵਰਕਰਾਂ ਨੂੰ, ਜਾਂ ਜਿੰਨੇ ਵੀ ਭਾਜਪਾ ਦੇ ਆਗੂ ਹੈਗੇ ਆ ਉਹਨਾਂ ਨੂੰ। ਸੋ ਇਹ ਇੱਕ ਬੜੀਆਂ ਮੰਦਭਾਗੀਆਂ ਗੱਲਾਂ ਹੈਗੀਆਂ। ਇਹਦੇ ਪ੍ਰਤੀ ਸਾਡੇ ਆਗੂਆਂ ਨੂੰ, ਕਿਸਾਨ ਆਗੂਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਕੋਈ ਨਿੱਘਰ ਅਤੇ ਠੋਸ ਤਰੀਕੇ ਦੇ ਨਾਲ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨੀ ਚਾਹੀਦੀ ਆ, ਤਾਂ ਹੀ ਜਿਹੜਾ ਸਰਕਾਰ ਦੀ ਘੇਰਾਬੰਦੀ ਕੀਤੀ ਜਾ ਸਕਦੀ ਆ। ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਖਬਰ ਆ, ਅਹਿਮ ਖਬਰ ਆ, ਗਲਾਸਗੋ, ਅਮਰੀਕਾ ਦੇ ਸ਼ਹਿਰ ਗਲਾਸਗੋ ਦੇ ਵਿੱਚ
ਕਲਾਈਮੇਟ ਦੇ ਉੱਪਰ ਜੋ ਸੰਮਤੀ ਹੋ ਰਹੀ ਆ 2 ਹਫ਼ਤਿਆਂ ਦੀ ਸੰਮਤੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਆ, ਉਹਦੇ ਸੰਬੰਧੀ ਹੀ ਅੱਜ ਸਮੁੱਚੇ ਜਿਹੜੇ ਅਮਰੀਕਾ ਭਰ ਤੋਂ ਕਿਸਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਇਹ ਨਾ ਸਮਝੇ ਕਿ ਜਿਹੜੇ ਪੰਜਾਬ, ਹਰਿਆਣਾ ਜਾਂ ਹੋਰ ਜਿਹੜੇ ਕਿਸਾਨ ਹੈਗੇ ਆ ਉਹ ਇਕੱਲੇ ਹੈਗੇ ਆ, ਉਹਨਾਂ ਦੀ ਕੋਈ ਮਦਦ ਕਰਨ ਵਾਲਾ ਕੋਈ ਨਹੀਂ ਹੈਗਾ। ਅਸੀਂ ਹਰ ਦਮ ਉਹਨਾਂ ਦੇ ਨਾਲ ਖੜ੍ਹੇ ਹਾਂ। ਉਹਨਾਂ ਚਿਰ ਤੱਕ ਸੰਘਰਸ਼ ਜਾਰੀ ਰਹੂਗਾ ਜਿੰਨਾ ਚਿਰ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ। ਕਾਫੀ ਤਿੱਖੇ ਤੇ ਨਾਅਰੇ ਉੱਥੇ ਲੱਗੇ ਹੈਗੇ ਆ ਤੇ ਭਾਜਪਾ ਦੇ ਸਰਕਾਰ ਸਖਤ ਪ੍ਰਦਰਸ਼ਨ ਹੋਇਆ। ਅਗਲੀਆਂ ਖਬਰਾਂ ਕੁਛ ਪੰਜਾਬ ਤੋਂ ਜਿਹੜੀਆਂ ਹੈਗੀਆਂ, ਪੰਜਾਬ ਨੇ ਕੁਛ ਅਹਿਮ ਜਿਹੜੇ ਫੈਸਲੇ ਲਏ ਆ ਮੂੰਹ ਤੁਹਾਡੇ ਨਾਲ ਸਾਂਝੇ ਕਰਾਂਗਾ ਪੰਜਾਬ ਸਰਕਾਰ ਨੇ। ਤੇ ਕਿਉਂਕਿ ਮੈਂ ਪੋਲੀਟੀਕਲ ਖਬਰਾਂ ਅਸੀਂ ਬੰਦ ਕੀਤੀਆਂ, ਲੇਕਿਨ ਕੁਛ ਡਿਵੈਲਪਮੈਂਟ ਜਿਹੜੀਆਂ ਹੁੰਦੀਆਂ ਨੇ ਖਾਸ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਪੰਜਾਬ ਸਰਕਾਰ ਵੱਲੋਂ ਪ੍ਰਤੀ ਯੂਨਿਟ 3 ਰੁਪਏ ਬਿਜਲੀ ਜਿਹੜੀ ਆ ਸਸਤੀ ਕਰਨ ਦਾ ਐਲਾਨ ਕੀਤਾ ਗਿਆ। ਇਹਦੇ ਨਾਲ 30,000 ਕਰੋੜ ਦਾ ਜਿਹੜਾ ਵਾਧੂ ਬੋਝ ਪੰਜਾਬ ਸਰਕਾਰ ਦੇ ਖਜ਼ਾਨੇ ਪਰ ਪਊਗਾ। ਲੇਕਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਇੱਕ ਨਵਾਂ ਟੈਂਡਰ ਦਿੱਤਾ ਬਿਜਲੀ ਖਰੀਦਣ ਦੇ ਲਈ, ਜਿਹਦੇ ਤਹਿਤ ਉਹਨਾਂ ਨੂੰ 2 ਰੁਪਏ 38 ਪੈਸੇ ਪ੍ਰਤੀ ਯੂਨਿਟ ਬਿਜਲੀ ਜਿਹੜੀ ਉਹ ਪ੍ਰਾਪਤ ਹੋਈ ਆ, ਉਹਨਾਂ ਨੇ ਖਰੀਦੀ ਆ। ਜਦੋਂ ਕਿ ਇਹਦੇ ਮੁਕਾਬਲੇ ਜਿਹੜੇ ਪਹਿਲੇ ਐਗਰੀਮੈਂਟ ਹੈਗੇ ਸੀ ਉਹਨਾਂ ਨੂੰ ਉਹਦੇ ਮੁਤਾਬਕ ਜਿਹੜੀ ਪ੍ਰਤੀ ਯੂਨਿਟ 6 ਜਾਂ 7 ਰੁਪਏ ਯੂਨਿਟ ਜਿਹੜਾ ਸੀ ਉਹ ਮਿਲ ਰਿਹਾ ਸੀਗਾ। ਇਸ ਕਰਕੇ ਅਸੀਂ 3 ਰੁਪਏ ਜਿਹੜਾ ਪ੍ਰਤੀ ਯੂਨਿਟ ਰਿਆਇਤ ਦੇਣ ਦੇ ਕਾਬਲ ਹੋਏ ਆ। ਇਹ ਸਾਡੀ ਸਰਕਾਰ ਦੀ ਕਾਬਲੀਅਤ ਹੈਗੀ ਆ। ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜਿਹੜੇ ਹੈਗੇ ਪੰਜਾਬ ਦੇ ਬਾਕੀ ਜਿਹੜੇ ਪਹਿਲਾਂ ਕੀਤੇ ਹੋਏ ਬਿਜਲੀ ਨਾਲ ਸੰਬੰਧਿਤ ਸਮਝੌਤੇ ਆ ਉਹਨਾਂ ਨੂੰ ਰੱਦ ਕਰਨਗੇ। ਕਿੱਦਾਂ ਰੱਦ ਕਰਨਗੇ ਇਹ ਨਹੀਂ ਉਹਨਾਂ ਦੱਸਿਆ, ਲੇਕਿਨ ਇਸ ਗੱਲ ਦਾ ਉਹਨਾਂ ਨੇ ਖੁਲਾਸਾ ਕੀਤਾ ਕਿ ਇਸ ਨੂੰ ਰੱਦ ਕੀਤੇ ਜਾਣਗੇ। ਇਸ ਤੋਂ ਇਲਾਵਾ ਦੂਜਾ ਅਹਿਮ ਫੈਸਲਾ ਲੈਂਦੇ ਆ ਪੰਜਾਬ ਦੇ ਜਿੰਨੇ ਸਰਕਾਰੀ ਮੁਲਾਜ਼ਮ ਹੈਗੇ ਆ ਉਹਨਾਂ ਦਾ DA 11% ਵਧਾਉਣ ਦਾ ਫੈਸਲਾ ਕੀਤਾ ਗਿਆ ਆ। ਜਿਹੜਾ ਮੁਲਾਜ਼ਮ ਤਬਕਾ ਆ ਉਹਦੇ ਵਿੱਚ ਕਾਫੀ ਇਸ ਗੱਲ ਦੀ ਖੁਸ਼ੀ ਪਾਈ ਜਾ ਰਹੀ ਆ। ਅੱਗੇ ਫੈਸਲੇ ਕਦੋਂ ਲਾਗੂ ਹੁੰਦੇ ਆ, ਉਹ ਲਾਗੂ ਹੁੰਦੇ ਵੀ ਆ ਕਿ ਨਹੀਂ, ਕਿਉਂਕਿ ਪਹਿਲਾਂ ਬਕਾਏ ਮੁਲਾਜ਼ਮਾਂ ਦੇ ਬਹੁਤ ਸਾਰੇ ਪਏ ਆ ਜਿਹੜੇ ਦਿੱਤੇ ਨਹੀਂ ਹੈਗੇ ਸਰਕਾਰ ਨੇ। ਐਲਾਨ ਕੀਤੇ ਜਾਂਦੇ ਆ ਲੇਕਿਨ ਉਹਨਾਂ ਦਾ ਅਮਲੀ ਰੂਪ ਜਦੋਂ ਸਾਹਮਣੇ ਆਉਂਦਾ ਆ ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਪੂਰੇ ਹੋ ਗਏ ਆ। ਤੇ ਇਹਦੇ ਸੰਬੰਧੀ ਜਿਹੜਾ ਹੈਗਾ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਆ ਇਹ ਠੀਕ ਆ, ਲੇਕਿਨ ਜਿਹੜਾ ਕਿਸਾਨਾਂ ਦਾ ਵੱਡੀ ਪੱਧਰ 'ਤੇ ਮੀਂਹ ਦੇ ਨਾਲ ਗੜੇਮਾਰੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਆ, ਝੋਨੇ ਦਾ ਨਰਮੇ ਦਾ ਨੁਕਸਾਨ ਹੋਇਆ ਆ ਮਾਲਵੇ ਵੱਲ, ਉਹਦੀ ਭਰਪਾਈ ਵਾਸਤੇ ਜਿਹੜੇ ਮੁੱਖ ਮੰਤਰੀ ਚਰਨਜੀਤ ਚੰਨੀ ਹੋਣੇ ਹੈਗੇ ਉਹਨਾਂ ਨੇ ਬੜਾ ਗੁੰਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਹੈ ਕਿ 2,000 ਰੁਪਇਆ 4,000 ਰੁਪਇਆ ਪ੍ਰਤੀ ਏਕੜ। ਉਹਨੇ ਨਾਲ ਤਾਂ ਮੈਨੂੰ ਲੱਗਦਾ ਕਿ ਇੱਕ ਦਵਾਈ ਵੀ ਨਹੀਂ ਆਉਂਦੀ ਹੁਣ, ਠੀਕ ਹੈ ਜੀ, ਕੁਝ 2-4 ਬੋਰੀਆਂ ਖਾਦ ਦੀਆਂ ਵੀ ਨਹੀਂ ਆਉਂਦੀਆਂ ਹੁਣ, ਜਿੰਨਾ ਮੁਆਵਜ਼ਾ ਦੇਣ ਦੀ ਸਰਕਾਰ ਗੱਲ ਕਰ ਰਹੀ ਆ। ਸੋ ਕਿਸਾਨਾਂ ਪ੍ਰਤੀ ਪੰਜਾਬ ਸਰਕਾਰ ਦਾ ਨਜ਼ਰੀਆ ਕੀ ਹੈਗਾ ਆ ਅਜੇ ਤੱਕ ਇੰਨਾ ਸਪਸ਼ਟ ਨਹੀਂ, ਕਿਉਂਕਿ ਪੰਜਾਬ ਕਿਸਾਨੀ ਦੇ ਬੇਸ ਦੇ ਉੱਤੇ ਪੰਜਾਬ ਦੀ ਆਰਥਿਕਤਾ ਅਜੇ ਵੀ ਨਿਰਭਰ ਹੈਗੀ ਆ ਬਹੁਤ ਵੱਡੀ ਪੱਧਰ ਦੇ ਉੱਪਰ। ਠੀਕ ਆ, ਅੱਜ ਸ਼ਰਾਬ ਦੇ ਠੇਕਿਆਂ ਤੋਂ ਵੀ ਕਮਾਈ ਵੱਡੀ ਪੱਧਰ 'ਤੇ ਹੋ ਰਹੀ ਆ, ਲੇਕਿਨ ਖਾਣ ਲਈ ਜਿਹੜਾ ਫੂਡ ਉਹ ਕਿਸਾਨ ਪ੍ਰੋਵਾਈਡ ਕਰਦੇ ਆ। ਸੋ ਕੇਂਦਰ ਸਰਕਾਰ ਕਿਸਾਨ ਸੰਘਰਸ਼ ਲੜ ਰਹੇ ਆ, ਅਸੀਂ ਸਾਰੇ ਹੀ ਲੜ ਰਹੇ ਹਾਂ, ਲੇਕਿਨ ਪੰਜਾਬ ਸਰਕਾਰ ਦਾ ਆਪਣਾ ਰਵੱਈਆ ਕੀ ਆ ਉਹਦੇ ਸੰਬੰਧੀ ਅਸੀਂ ਸਾਡੇ ਸਾਹਮਣੇ ਹੀ ਹੈ ਕਿ ਜਿਹੜਾ ਮੁਆਵਜ਼ੇ ਦੇ ਨਾਂ 'ਤੇ ਕਿਸੇ ਨਾਲ ਮੂੰਹ ਚੜਾਉਣ ਵਾਲੀ ਗੱਲ ਹਾਲੇ ਤੱਕ ਕੀਤੀ ਜਾ ਰਹੀ ਆ। ਸਾਡੀ ਇਹ ਉਮੀਦ ਹੈਗੀ ਆ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਆ। ਅਗਲੀ ਖਬਰ ਪੰਜਾਬ ਤੋਂ ਹੀ ਅਹਿਮ ਹੈਗੀ, ਕੌਮੀ ਮੁੱਦੇ ਨਾਲ ਜੁੜੀ ਹੋਈ ਆ, ਕਿਉਂਕਿ ਜਿਹੜਾ ਨਵੀਂ ਸਰਕਾਰ ਬਣੀ ਆ, ਦੁਬਾਰਾ ਗਠਤ ਸਰਕਾਰ ਹੋਈ ਆ ਚਰਨਜੀਤ ਸਿੰਘ ਚੰਨੀ ਹੋਣਾ ਦੀ ਅਗਵਾਈ 'ਚ, ਉਸ ਤੋਂ ਬਾਅਦ ਇਹ ਗੱਲ ਦੀ ਉਮੀਦ ਕੀਤੀ ਗਈ ਸੀ ਕਿ ਕੁਛ ਇੱਕ ਨਵੀਂ ਡਿਵੈਲਪਮੈਂਟ ਹੋਏਗੀ, ਖਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੀ ਜੋ ਮੰਦਭਾਗੀ ਘਟਨਾਵਾਂ ਵਾਪਰੀਆਂ ਸੀਗੀਆਂ ਜਾਂ ਉਹਨਾਂ ਪਿੱਛੇ ਕੋਈ ਵੱਡੀ ਸਾਜ਼ਿਸ਼ ਸੀ, ਇਹਦੇ ਸੰਬੰਧੀ ਕੋਈ ਪ੍ਰਗਤੀ ਹੋਊਗੀ ਤਾਂ ਦੋਸ਼ੀਆਂ ਨੂੰ ਸਜ਼ਾ ਮਿਲੂਗੀ। ਲੇਕਿਨ ਸਰਕਾਰ ਬਣਦੀਆਂ ਜਿਹੜੀਆਂ ਅਪਾਇੰਟਮੈਂਟ ਹੋਈਆਂ, ਖਾਸ ਕਰਕੇ AGI ਦੀ, ਐਡਵੋਕੇਟ ਜਨਰਲ ਦੀ, ਉਹ APS ਦਿਓਲ ਹੋਣਾ ਤੋਂ ਲਾਇਆ ਗਿਆ, ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਜਿਹੜੇ ਸਮੇਤ ਸੈਣੀ ਹੈਗੇ ਸਾਬਕਾ ਪੁਲਿਸ ਅਫਸਰ, ਵਿਵਾਦਤ ਪੁਲਿਸ ਅਫਸਰ, ਜਿਨ੍ਹਾਂ ਦੇ ਉੱਪਰ ਵੀ ਇਸ ਗੱਲ ਦਾ ਇਲਜ਼ਾਮ ਹੈਗਾ ਕਿ ਕੋਟਕਪੂਰਾ ਦੇ ਵਿੱਚ ਬਾਈਬਲ ਕਲਾਂ ਉੱਪਰ ਸਿੱਖ ਸੰਗਤ ਦੇ ਉੱਪਰ ਗੋਲੀ ਚਲਾਉਣ ਦੇ ਜਿਹੜੇ ਉਹਨਾਂ ਦੇ ਉੱਪਰ ਇਲਜ਼ਾਮ ਉਸ ਕੇਸ ਵਿੱਚ ਇਨਵੋਲਵ ਮੰਨੇ ਜਾਂਦੇ ਆ, ਉਹਨਾਂ ਦੇ ਵਕੀਲ ਰਹੇ APS ਦਿਓਲ ਹੋਣਾ ਨੂੰ ਐਡਵੋਕੇਟ ਜਨਰਲ ਲਗਾਇਆ ਗਿਆ ਸੀਗਾ। ਸੋ ਉਦੋਂ ਹੀ ਸਵਾਲ ਖੜੇ ਹੋਏ ਗਏ ਸੀ ਕਿ ਪੰਜਾਬ ਕਾਂਗਰਸ ਦੇ ਆਪਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ ਇਸ ਦੀ
ਤੁਰੰਤ ਜਿਹੜੀ ਸੀ ਬਰਖਲਾਫੀ ਕੀਤੀ ਗਈ ਸੀਗੀ। ਲੰਬਾ ਸਮਾਂ ਨਾਰਾਜ਼ਗੀ ਜਿਹੜੀ ਆ ਉਹ ਪ੍ਰਗਟ ਕੀਤੀ ਗਈ। ਅੱਜ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ APS ਦੌਲ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਭਾਵ ਜਾਂ ਦਵਾਇਆ ਗਿਆ ਹੈਗਾ, ਭਾਵ ਹੁਣ ਨਵਾਂ ਜਿਹੜਾ ਐਡਵੋਕੇਟ ਜਨਰਲ ਜਿਹੜਾ ਨਿਯੁਕਤ ਕੀਤਾ ਜਾਊਗਾ। ਚੰਗਾ ਫੈਸਲਾ ਆ, ਸਮਾਂ ਰਹਿੰਦਾ ਹੀ ਫੈਸਲਾ ਹੈਗਾ, ਲੇਕਿਨ ਹੁਣ ਇਲੈਕਸ਼ਨਾਂ ਸਿਰ 'ਤੇ ਖੜੀਆਂ। ਸਰਕਾਰ ਇਸ ਮਾਮਲੇ ਵਿੱਚ ਕਿੰਨਾ ਕੁਛ ਕਰ ਪਾਉਂਦੀ ਆ, ਕੋਈ ਬਹੁਤ ਜ਼ਿਆਦਾ ਇਸ ਸੰਬੰਧੀ ਉਮੀਦ ਨਹੀਂ ਹੈਗੀ। ਅਗਲੀ ਖਬਰ LPG ਗੈਸ ਕਮਰਸ਼ੀਅਲ ਸਿਲੰਡਰਾਂ ਨਾਲ ਜੁੜੀ ਹੋਈ ਹੈ। ਪੰਜਾਬ ਤੋਂ ਜਿਹੜੇ ਛੋਟੇ ਵਪਾਰੀ ਹੈਗੇ ਆ ਉਹਨਾਂ ਨੂੰ ਬੜੀ ਵੱਡੀ ਪੱਧਰ 'ਤੇ ਇਹਨਾਂ ਸਿਲੰਡਰਾਂ ਦੀ ਲੋੜ ਹੁੰਦੀ ਆ ਆਪਣੇ ਕੰਮਕਾਰ ਚਲਾਉਣ ਦੇ ਲਈ। 266 ਰੁਪਏ ਪ੍ਰਤੀ ਸਿਲੰਡਰ ਜਿਹੜਾ ਹੈਗਾ 19 kg ਦਾ ਸਿਲੰਡਰ ਹੁੰਦਾ ਆ। 266 ਰੁਪਏ ਪ੍ਰਤੀ kg ਜਿਹੜਾ ਇਸ ਦੇ ਉੱਪਰ ਵਾਧਾ ਹੋਇਆ। ਸੋ ਇਹ ਨਾ ਸਹਿਣਯੋਗ ਹੈਗਾ ਛੋਟੇ ਵਪਾਰੀਆਂ ਦੇ ਲਈ, ਦੁਕਾਨਦਾਰਾਂ ਦੇ ਲਈ, ਕਿ ਉਹਨਾਂ ਲਈ ਇੰਨੀ ਵੱਡੀ ਪੱਧਰ ਦਾ ਵਾਧਾ ਜਿਹੜਾ ਆ ਸਹਿਣ ਨਹੀਂ ਕੀਤਾ ਜਾ ਸਕਦਾ। ਸੋ ਦੋਸਤੋ, ਇਹ ਸਨ ਪੰਜਾਬ ਤੋਂ ਕੁਝ ਅਹਿਮ ਖਬਰਾਂ। ਤੁਸੀਂ ਕਮੈਂਟ ਬਾਕਸ ਵਿੱਚ ਸਾਡੇ ਤੱਕ ਆਪਣੇ ਵਿਚਾਰ ਪਹੁੰਚਾ ਸਕਦੇ ਹੋ, ਤਾਂ ਜੋ ਤੁਹਾਡੇ ਵਿਚਾਰਾਂ ਮੁਤਾਬਕ ਅਸੀਂ ਆਪਣੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੀ ਰੂਪਰੇਖਾ ਲਿਖ ਸਕੀਏ। ਕੋਈ ਵੀ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੋਵੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਦਾਸ ਗੁਰਮੁਖ ਸਿੰਘ ਬਾਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ।